अपना अपना हिस्सा। माता पिता अनेकां दुख झेल के अपनी औलाद दी पालना करते हन ਅਤੇ ਉਹਨਾਂ ਨੂੰ ਜੀਵਨ ਜਿਉਣ ਦੇ ਕਾਬਲ ਬਣਾਉਂਦੇ ਹਨ। ਪਰ ਕਈ ਵਾਰੀ ਬੱਚੇ ਵੱਡੇ ਹੋ ਕੇ ਉਹਨਾਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਹਨ। ਉਹ ਕੇਵਲ ਜ਼ਮੀਨ ਜਾਇਦਾਦ ਦੇ ਭੁੱਖੇ ਬਣ ਜਾਂਦੇ ਹਨ। ਆਓ ਇਸ ਪਾਠ ਵਿੱਚ ਪੜ੍ਹੀਏ ਕਿ ਮਾਂ-ਬਾਪ ਲਈ ਕੁਝ ਕਰਨ ਵਾਸਤੇ ਉਹਨਾਂ ਦੇ ਪੁੱਤਰ ਕਿਵੇਂ ਅਹਿਸਾਨ ਜਤਾਉਂਦੇ ਹਨ। ਜ਼ੈਲਾ ਜਵਾਨ ਅਤੇ ਮਿਹਨਤੀ ਕਿਸਾਨ ਸੀ। ਦਿਨ ਚੜ੍ਹਨ ਤੋਂ ਲੈ ਕੇ ਰਾਤ ਪੈਣ ਤੱਕ ਉਹ ਕਿਸੇ ਨਾ ਕਿਸੇ ਕੰਮ ਵਿੱਚ ਰੁੱਝਾ ਹੀ ਰਹਿੰਦਾ। ਜ਼ੈਲੇ ਤੋਂ ਦੋ ਵੱਡੇ ਭਰਾ ਸਨ, ਸਵਰਨ ਸਿੰਘ ਤੇ ਕਰਮ ਸਿੰਘ। ਇੱਕ ਛੋਟੀ ਭੈਣ ਬਚਨੋ ਸੀ। ਸਭ ਆਪਣੇ ਆਪਣੇ ਘਰਾਂ ਵਿੱਚ ਸੁਖੀ ਸਨ। ਸਵਰਨ ਸਿੰਘ ਤਿੰਨਾਂ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਸੀ। ਆਪਣੀ ਹਿੰਮਤ ਨਾਲ ਪੜ੍ਹ ਕੇ ਉਹ ਓਵਰਸੀਅਰ ਲੱਗ ਗਿਆ ਸੀ। ਚੰਗੀ ਕਮਾਈ ਸੀ। ਉਹ ਸ਼ਹਿਰ ਵਿੱਚ ਆਪਣੀ ਪਾਈ ਕੋਠੀ ਵਿੱਚ ਰਹਿ ਰਿਹਾ ਸੀ। ਉਸ ਦੀ ਇੱਕ ਧੀ ਤੇ ਦੋ ਪੁੱਤਰ ਸਨ। ਧੀ ਉਸਨੇ ਚੰਗੇ ਘਰ ਵਿਆਹ ਦਿੱਤੀ ਸੀ। ਦੋਵੇਂ ਮੁੰਡੇ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ। ਸਵਰਨ ਸਿੰਘ ਦਾ ਵੱਡੇ ਵੱਡੇ ਲੋਕਾਂ ਨਾਲ ਮੇਲ ਜੋਲ ਸੀ। ਉਸ ਦਾ ਪਿੰਡ ਵਿੱਚ ਆਉਣਾ ਜਾਣਾ ਘਟ ਗਿਆ ਸੀ। ਜਿਹੜੀ 2-2.5 ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਸੀ ਉਹ ਜ਼ੈਲਾ ਹੀ ਵਾਹੁੰਦਾ ਸੀ। ਉਹ ਆਪਣੇ ਲਈ ਦਾਣੇ ਲੈ ਜਾਂਦਾ ਸੀ। ਆਪਣੇ ਯਾਰਾਂ ਦੋਸਤਾਂ ਨੂੰ ਉਹ ਇਹੀ ਦੱਸਦਾ ਕਿ ਉਸਨੇ ਆਪਣੇ ਹਿੱਸੇ ਦੀ ਜ਼ਮੀਨ ਜ਼ੈਲੇ ਨੂੰ ਮੁਫਤ ਹੀ ਦਿੱਤੀ ਹੋਈ ਹੈ। ਕਰਮ ਸਿੰਘ ਜ਼ੈਲੇ ਤੋਂ 2 ਸਾਲ ਵੱਡਾ ਸੀ। ਪੜ੍ਹਾਈ ਵਿੱਚ ਉਹ ਲਾਪਰਵਾਹ ਸੀ। ਸ਼ਰਾਰਤਾਂ ਵਿੱਚ ਨੰਬਰ 1। ਛੋਟੇ ਹੁੰਦਿਆਂ ਆਪਣਾ ਸਕੂਲ ਦਾ ਬਸਤਾ ਤੂੜੀ ਵਿੱਚ ਲੁਕਾ ਦਿੰਦਾ ਸੀ। ਆਪਣੇ ਦੋਸਤਾਂ ਨਾਲ ਖੇਡਣ ਚਲਾ ਜਾਂਦਾ ਸੀ। ਸਕੂਲੋਂ ਛੁੱਟੀ ਹੋਣ ਦੇ ਸਮੇਂ ਤੇ ਉਹ ਬਸਤਾ ਚੁੱਕ ਕੇ ਘਰ ਜਾ ਵੜਦਾ ਸੀ। ਛੋਟਾ ਹੋਣ ਕਰਕੇ ਵੀ ਜ਼ੈਲਾ ਉਸ ਦੇ ਨਾਲ ਹੀ ਰਹਿੰਦਾ ਸੀ। ਉਹ ਦੋਵੇਂ ਇਕੱਠੇ ਹੀ ਸਕੂਲ ਜਾਂਦੇ ਸਨ। ਦੋਵੇਂ ਭਰਾ ਪੜ੍ਹਾਈ ਵਿੱਚੇ ਛੱਡ ਕੇ ਪਿਓ ਨਾਲ ਖੇਤਾਂ ਵਿੱਚ ਮਦਦ ਕਰਵਾਉਣ ਲੱਗ ਪਏ ਸਨ। ਜਦੋਂ ਕਰਮ ਸਿੰਘ ਜਵਾਨ ਹੋਇਆ ਉਹ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ। ਹੌਲੀ ਹੌਲੀ ਉਹ ਬਲੈਕ ਦੇ ਮਾਲ ਵਿੱਚ ਆਪਣੀ ਹਿੱਸਾ ਪੱਤੀ ਰੱਖਣ ਲੱਗ ਪਿਆ। ਉਸਨੇ ਨਾਲ ਦੇ ਕਸਬੇ ਵਿੱਚ ਆਪਣਾ ਮਕਾਨ ਬਣਾ ਲਿਆ ਸੀ। ਆਪਣੇ ਮਕਾਨ ਵਿੱਚ ਉਹ ਠਾਠ ਨਾਲ ਰਹਿ ਰਿਹਾ ਸੀ। ਉਸਨੇ ਡੇਅਰੀ ਅਤੇ ਮੁਰਗੀ ਖਾਨਾ ਖੋਲਿਆ ਹੋਇਆ ਸੀ। ਉਸਦੇ ਘਰ ਪੂਰੀ ਲਹਿਰ ਬਹਿਰ ਸੀ। ਜ਼ੈਲੇ ਦਾ ਅਸਲੀ ਨਾਂ ਧਰਮ ਸਿੰਘ ਸੀ। ਉਹ ਖੁੱਲੇ ਜਿਸਮ ਦਾ ਹੋਣ ਕਰਕੇ ਭਲਵਾਨੀ ਵਿੱਚ ਪੈ ਗਿਆ। ਉਹ ਪਿਓ ਨਾਲ ਖੇਤਾਂ ਵਿੱਚ ਵੀ ਕੰਮ ਵਿੱਚ ਹੱਥ ਵਟਾਉਂਦਾ। ਉਹ ਮਿਹਨਤ ਤਾਂ ਬੜੀ ਕਰਦਾ ਸੀ ਪਰ ਉਸਦਾ ਪੈਰ ਅੱਗੇ ਜਾਣ ਦੀ ਥਾਂ ਪਿੱਛੇ ਹੀ ਪੈਂਦਾ। ਉਸਦੇ ਭੈਣ ਭਰਾਵਾਂ ਨੂੰ ਇਸ ਦਾ ਅਹਿਸਾਸ ਨਹੀਂ ਸੀ। ਇਹਨਾਂ ਦੀ ਛੋਟੀ ਭੈਣ ਬਚਨੋ ਵੀ ਚੰਗੇ ਘਰ ਵਿੱਚ ਵਿਆਹੀ ਹੋਈ ਸੀ। ਕੁਝ ਦਿਨ ਪਹਿਲੇ ਇਹਨਾਂ ਭੈਣ ਭਰਾਵਾਂ ਦੀ ਮਾਂ ਪੂਰੀ ਹੋ ਗਈ ਸੀ। ਸਾਰੀ ਉਮਰ ਮਾਂ ਨੇ ਜ਼ੈਲੇ ਕੋਲ ਕੱਟੀ। ਬਿਮਾਰ ਹੋਣ ਤੇ ਆਪਣੇ ਵੱਡੇ ਪੁੱਤਰ ਕੋਲ ਕੁਝ ਚਿਰ ਤੋਂ ਸ਼ਹਿਰ ਗਈ ਹੋਈ ਸੀ। ਉੱਥੇ ਹੀ ਉਸ ਦਾ ਅੰਤ ਸਮਾਂ ਆ ਗਿਆ। ਜ਼ੈਲੇ ਨੂੰ ਇਸ ਗੱਲ ਦਾ ਬੜਾ ਅਫਸੋਸ ਸੀ। ਜ਼ੈਲੇ ਦਾ ਦਿਲ ਰੋਂਦਾ ਸੀ। ਅਖੀਰਲੇ ਵੇਲੇ ਉਹ ਆਪਣੀ ਮਾਂ ਨੂੰ ਨਹੀਂ ਸੀ ਮਿਲ ਸਕਿਆ। ਸਾਰੀ ਉਮਰ ਮਾਂ ਉਹਦੇ ਕੋਲ ਹੀ ਰਹੀ ਸੀ। ਮਰਨ ਵੇਲੇ ਉਸ ਕੋਲੋਂ ਚਲੀ ਗਈ। ਇੱਕ ਮਾਂ ਹੀ ਸੀ ਜਿਸ ਨੇ ਉਸ ਨੂੰ ਅੰਤਾਂ ਦਾ ਪਿਆਰ ਦਿੱਤਾ ਸੀ। ਸਦਾ ਉਹਦੇ ਹੱਕ ਵਿੱਚ ਡਟ ਕੇ ਬੋਲਦੀ ਸੀ। ਉਹ ਹੀ ਸੀ ਜਿਹੜੀ ਜ਼ੈਲੇ ਬਾਰੇ ਕਹਿੰਦੀ ਸੀ,
ਇਹ ਤਾਂ ਮੇਰਾ ਲੋਲੜ ਪੁੱਤ ਹੈ, ਭੋਲਾ ਭਾਲਾ, ਸ਼ਿਵਾ ਵਰਗਾ। ਤੁਸੀਂ ਤਾਂ ਸਾਰੇ ਕਾਂਟੇ ਹੋ। ਬਸ ਹੁਣ ਉਸ ਕੋਲ ਬੁੱਢਾ ਪਿਓ ਬਿਸ਼ਨ ਸਿੰਘ ਹੀ ਰਹਿ ਗਿਆ ਸੀ। ਉਹ ਉਸ ਦੀਆਂ ਔਖਾਈਆਂ ਨੂੰ ਸਮਝਦਾ ਸੀ। ਜ਼ੈਲੇ ਦੀ ਤੰਗੀ ਉਸ ਦੀ ਆਪਣੀ ਤੰਗੀ ਸੀ। ਉਸਨੇ ਆਪ ਇੱਕ ਗਰੀਬ ਕਿਸਾਨ ਦੀ ਜੂਨ ਹੰਢਾਈ ਸੀ। ਉਹ ਆਪ ਵਿਚਾਰਾ ਨਿਮਾਣਾ ਜਿਹਾ ਜੱਟ ਸੀ। ਉਹ ਆਪਣੇ ਵੱਡੇ ਪੁੱਤਾਂ ਦੇ ਪੈਸੇ ਦੇ ਰੋਹਬ ਹੇਠ ਆ ਗਿਆ ਸੀ। ਉਹ ਉਹਨਾਂ ਨੂੰ ਕੁਝ ਕਹਿ ਹੀ ਨਹੀਂ ਸੀ ਸਕਦਾ। ਜ਼ੈਲੇ ਨੂੰ ਆਪਣੇ ਵੱਡੇ ਭਰਾ ਤੋਂ ਬੜੀ ਖਿਝ ਆਉਂਦੀ ਸੀ। ਵੱਡਾ ਭਰਾ ਉਸ ਨੂੰ ਅੰਗਾ ਸਾਕਾਂ ਸਾਹਮਣੇ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ। ਜ਼ਮੀਨ ਵਿੱਚੋਂ ਆਪਣੇ ਗੁਜ਼ਾਰੇ ਜੋਗੇ ਦਾਣੇ ਲੈ ਵੀ ਜਾਂਦਾ। ਜ਼ਾਹਿਰ ਇੰਜ ਕਰਦਾ ਜਿਵੇਂ ਜ਼ਮੀਨ ਉਸਨੇ ਜ਼ੈਲੇ ਨੂੰ ਦਾਨ ਕਰ ਦਿੱਤੀ ਹੋਵੇ। ਜ਼ੈਲੇ ਤੋਂ ਜ਼ਮੀਨ ਛੱਡੀ ਨਹੀਂ ਸੀ ਜਾਂਦੀ। ਮੁਫਤ ਦੇ ਅਹਿਸਾਨ ਹੇਠ ਦੱਬਿਆ ਵੀ ਨਹੀਂ ਸੀ ਜਾਂਦਾ। ਛੋਟਾ ਭਰਾ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੰਡਾ ਕੇ ਲੈ ਜਾਂਦਾ। ਨਾਲ ਇਹ ਵੀ ਕਹਿੰਦਾ ਕਿ ਜ਼ੈਲੇ ਦੇ ਹੱਥਾਂ ਵਿੱਚ ਬਰਕਤ ਨਹੀਂ। ਇਹ ਗਿਲਾ ਕਰਦਾ ਰਹਿੰਦਾ ਕਿ ਉਹਨੂੰ ਹਿੱਸੇ ਵਿੱਚੋਂ ਕੁਝ ਨਹੀਂ ਬਚਦਾ। ਜ਼ੈਲੇ ਨੂੰ ਆਪਣੇ ਪਣਵਈਏ ਉੱਤੇ ਥੋੜਾ ਮਾਣ ਸੀ। ਉਹ ਸਮਝਦਾ ਸੀ ਕਿ ਉਹ ਉਸ ਨੂੰ ਆਪਣਾ ਦੁੱਖ ਦੱਸ ਸਕਦਾ ਸੀ। ਹੁਣ ਉਸ ਦਾ ਇਹ ਭਰਮ ਵੀ ਟੁੱਟ ਚੁੱਕਾ ਸੀ। ਆਪਣੀ ਭੈਣ ਬਚਨੋਂ ਉੱਤੇ ਤਾਂ ਉਸ ਨੂੰ ਕੋਈ ਆਸ ਹੈ ਹੀ ਨਹੀਂ ਸੀ। ਉਹ ਬਿਲਕੁਲ ਇਕੱਲਾ ਰਹਿ ਗਿਆ ਸੀ। ਹਰ ਪਾਸਿਓਂ ਪਿਸ ਰਿਹਾ ਸੀ। ਬਚਨੋਂ ਮਾਂ ਦੀ ਮੌਤ ਕਰਕੇ ਪਿੰਡ ਆਈ ਹੋਈ ਸੀ। ਮਾਂ ਦਾ ਸੰਸਕਾਰ ਸ਼ਹਿਰ ਵਿੱਚ ਹੀ ਕਰ ਦਿੱਤਾ ਗਿਆ ਸੀ। ਹੁਣ ਮਾਂ ਦੇ ਫੁੱਲ ਤਾਰਨੇ ਸਨ ਅਤੇ ਭੋਗ ਪਾਉਣਾ ਸੀ। ਉਸ ਦੇ ਭਰਾ ਸਲਾਹ ਮਸ਼ਵਰੇ ਲਈ ਪਿੰਡ ਆਉਣ ਵਾਲੇ ਸਨ। ਬਚਨੋਂ ਨੇ ਜ਼ੈਲੇ ਨੂੰ ਕਿਹਾ, ਵੀਰਾ, ਮਾਂ ਦਾ ਇਕੱਠ ਵੀ ਕਰਨਾ ਹੈ। ਉਹਦੇ ਫੁੱਲ ਵੀ ਹਰਿਦੁਆਰ ਲੈ ਕੇ ਜਾਣੇ ਨੇ। ਦੋਵੇਂ ਭਰਾ ਆਉਣ ਵਾਲੇ ਨੇ। ਤੂੰ ਜਿਹੜਾ ਹਿਸਾਬ ਕਿਤਾਬ ਬਣਦਾ ਹੈ ਉਹਨਾਂ ਨਾਲ ਨਿਬੇੜ ਲੈ। ਜ਼ੈਲੇ ਨੂੰ ਇਸ ਗੱਲ ਤੋਂ ਬੜੀ ਖਿਝ ਆਈ, ਪਰ ਉਹ ਚੁੱਪ ਰਿਹਾ। ਬਚਨੋਂ ਬੋਲੀ ਜਾ ਰਹੀ ਸੀ, ਮੈਨੂੰ ਪਤਾ ਹੈ ਤੇਰਾ ਹੱਥ ਤੰਗ ਹੈ, ਪਰ ਇਹ ਕੰਮ ਵੀ ਤਾਂ ਕਰਨੇ ਹੋਏ। ਵੱਡਿਆਂ ਭਰਾਵਾਂ ਦਾ ਹੱਥ ਸੌਖਾ ਹੈ, ਪਰ ਉਹ ਕਹਿੰਦੇ ਸੀ ਕਿ ਜ਼ਮੀਨ ਵੀ ਤਾਂ ਜ਼ੈਲਾ ਮੁਫਤ ਹੀ ਵਾਈ ਜਾ ਰਿਹਾ ਹੈ। ਉਹ ਤਾਂ ਸਿਰਫ ਦਾਣੇ ਹੀ ਲੈਂਦੇ ਹਨ। ਸਾਰੇ ਤੇਰੇ ਭਣਵਈਏ ਵਰਗੇ ਕਿਵੇਂ ਹੋ ਜਾਣ? ਸਾਰੀ ਦੁਨੀਆ ਵਿੱਚ ਭੈਣਾਂ ਆਪਣਾ ਹਿੱਸਾ ਲਈ ਜਾਂਦੀਆਂ ਹਨ, ਪਰ ਉਹਨੇ ਕਦੀ ਇੱਕ ਵਾਰ ਨਹੀਂ ਆਖਿਆ। ਜਿਵੇਂ ਜ਼ੈਲਾ ਗਲ ਵਿੱਚ ਡੱਕਾ ਦਿੱਤੀ ਬੈਠਾ ਸੀ, ਚੀਖ ਹੀ ਪਿਆ, ਓਏ ਤੂੰ ਵੀ ਲੈ ਜਾ ਤੇ ਉਹ ਵੀ ਲੈ ਜਾਣ ਆਪਣਾ ਆਪਣਾ ਹਿੱਸਾ। ਜ਼ਮੀਨ ਨੇ ਬੜਾ ਮੈਨੂੰ ਬਾਦਸ਼ਾਹ ਬਣਾ ਦਿੱਤਾ ਕਿਤੇ। ਜ਼ੈਲੇ ਦਾ ਦਿਲ ਸੜ ਗਿਆ ਸੀ। ਕੋਈ ਉਸ ਦਾ ਖਿਆਲ ਨਹੀਂ ਸੀ ਕਰ ਰਿਹਾ। ਸਭ ਉਸ ਨੂੰ ਦੱਬੀ ਜਾ ਰਹੇ ਸਨ। ਇੰਨੇ ਵਿੱਚ ਸਵਰਨ ਸਿੰਘ ਤੇ ਕਰਮ ਸਿੰਘ ਵੀ ਪਹੁੰਚ ਗਏ। ਉਹ ਡਿਉੜੀ ਵਿੱਚ ਬਾਪ ਬਿਸ਼ਨ ਸਿੰਘ ਕੋਲ ਬੈਠ ਗਏ। ਬਚਨੋਂ ਵੀ ਆ ਕੇ ਬਹਿ ਗਈ। ਜ਼ੈਲੇ ਨੂੰ ਵੀ ਕੰਮ ਕਰਦਿਆਂ ਛੁਡਾ ਕੇ ਕੋਲ ਸੱਦ ਲਿਆ। ਸਲਾਹ ਮਸ਼ਵਰਾ ਹੋਣ ਲੱਗਾ। ਕਰਮ ਸਿੰਘ ਨੇ ਗੱਲ ਸ਼ੁਰੂ ਕਰਦਿਆਂ ਬਾਪੂ ਨੂੰ ਕਿਹਾ, ਬਾਪੂ, ਅਸੀਂ ਆਪਣੀ ਮਾਂ ਦਾ ਇਕੱਠ ਗੱਜ ਵੱਜ ਕੇ ਕਰਨਾ। ਸਾਰੇ ਅੰਗ ਸਾਕ ਸੱਦਣੇ ਨੇ। ਸਾਡੀ ਮਾਂ ਕਰਮਾਂ ਵਾਲੀ ਸੀ। ਦੋਤਿਆਂ ਪੋਤਿਆਂ ਵਾਲੀ ਹੋ ਕੇ ਉਮਰ ਭੋਗ ਕੇ ਗਈ ਆ। ਉਹਨੂੰ ਵੱਡਿਆਂ ਕਰਨਾ। ਕੀ ਸਲਾਹ ਹੈ? ਬਿਸ਼ਨ ਸਿੰਘ ਨੇ ਟੁੱਟਦੀ ਆਵਾਜ਼ ਵਿੱਚ ਕਿਹਾ, ਪੁੱਤ, ਮੇਰੀ ਸਲਾਹ ਕੀ ਹੋਣੀ ਹੈ? ਸਾਡੇ ਵਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ? ਵੱਡਾ ਪੁੱਤਰ ਸਵਰਨ ਸਿੰਘ ਬੋਲਿਆ, ਮੈਂ ਵੀ ਸਮਝਦਾ ਕਿ ਇਹ ਫਜ਼ੂਲ ਖਰਚੀ ਹੈ, ਪਰ ਕਰਮ ਸਿੰਘ ਮੰਨਦਾ ਹੀ ਨਹੀਂ। ਕਰਮ ਸਿੰਘ ਬੋਲਿਆ, ਉਹ ਭਾਜੀ, ਭਾਈਚਾਰਾ ਕੀ ਆਖੂ?
ਚੰਗੇ ਭਲੇ ਪੁੱਤ ਕਮਾਉਂਦੇ ਪੈਸੇ ਵਾਲੇ ਕੀ ਮਰੀ ਪੈ ਗਈ? ਨਾਲੇ ਤੁਹਾਨੂੰ ਕੀ, ਤੁਹਾਡੇ ਪੜ੍ਹਿਆਂ ਲਿਖਿਆਂ ਲਈ ਹੋਊ ਫਜ਼ੂਲ ਖਰਚੀ। ਤੁਸੀਂ ਤਾਂ ਸ਼ਹਿਰ ਰਹਿਣਾ, ਇੱਥੇ ਮਿਹਣੇ ਤਾਂ ਸਾਨੂੰ ਵੱਜਣੇ ਨੇ। ਬਚਨੋਂ ਵਿੱਚੋਂ ਹੀ ਬੋਲ ਪਈ, ਕਰਮ ਸਿੰਘ ਠੀਕ ਆਖਦਾ ਏ, ਮੈਨੂੰ ਤਾਂ ਦਰਾਣੀਆਂ ਜਠਾਣੀਆਂ ਨੇ ਨਹੀਂ ਛੱਡਣਾ। ਜ਼ੈਲੇ ਨੂੰ ਵੱਡੇ ਭਰਾ ਦੀ ਗੱਲ ਠੀਕ ਲੱਗ ਰਹੀ ਸੀ। ਉਸਨੂੰ ਆਪਣਾ ਘਰ ਦਿਸ ਰਿਹਾ ਸੀ, ਪਰ ਉਸ ਦੀ ਆਸ ਤੇ ਪਾਣੀ ਫਿਰ ਗਿਆ। ਸਵਰਨ ਸਿੰਘ ਬੋਲਿਆ, ਠੀਕ ਹੈ, ਮੈਂ ਪਿੱਛੇ ਨਹੀਂ ਹਟਦਾ। ਜਿੰਨਾ ਖਰਚ ਮੇਰੇ ਹਿੱਸੇ ਆਉਂਦਾ ਦੱਸ ਦਿਓ। ਕਰਮ ਸਿੰਘ ਨੇ ਕਿਹਾ, ਉਹ 5-7 ਹਜ਼ਾਰ ਤਾਂ ਆਰਾਮ ਨਾਲ ਲੱਗ ਜਾਊ। ਨਾਲੇ ਵੱਡੇ ਭਾਜੀ ਦਾ ਮਾਂ ਦੀ ਬਿਮਾਰੀ ਤੇ 2700 ਖਰਚ ਆਇਆ ਏ। 900 ਉਹ ਵੀ ਸਾਡੇ ਤਿੰਨਾਂ ਦੇ ਹਿੱਸੇ ਆਉਂਦਾ ਹੈ। ਮਾਂ ਦੀ ਬਿਮਾਰੀ ਦਾ ਖਰਚਾ ਵੰਡਣ ਦੀ ਗੱਲ ਸੁਣ ਕੇ ਜ਼ੈਲੇ ਨੂੰ ਧੱਕਾ ਲੱਗਾ। ਉਹਨੂੰ ਸੁੱਝ ਨਹੀਂ ਸੀ ਰਿਹਾ ਕੀ ਕਹੇ ਕੀ ਨਾ ਕਹੇ। ਬਿਸ਼ਨ ਸਿੰਘ ਹਿੰਮਤ ਕਰਕੇ ਬੋਲਿਆ, ਮਾਂ ਦੀ ਬਿਮਾਰੀ ਤੇ ਜੇ ਖਰਚ ਕਰ ਦਿੱਤਾ ਤਾਂ ਕੀ ਹੋਇਆ? ਜ਼ੈਲੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਐ। ਬਚਨੋਂ ਤਾਂ ਜਿਵੇਂ ਉਬਲ ਹੀ ਪਈ। ਉਹ ਬੋਲੀ, ਆ ਗੱਲ ਠੀਕ ਨਹੀਂ। ਜੇ ਇਹਨੇ ਰੋਟੀ ਖਵਾਈ ਤਾਂ ਗੁਲਾਮੀ ਵੀ ਤਾਂ ਉਹ ਸਾਰੀ ਉਮਰ ਇਸ ਦੀ ਹੀ ਕਰਦੀ ਰਹੀ। ਮਾਂ ਪਿਓ ਦੇ ਹਿੱਸੇ ਦੀ ਜਾਇਦਾਦ ਵੀ ਤਾਂ ਇਹੋ ਖਾਂਦਾ ਸੀ। ਜ਼ੈਲਾ ਚਮਕ ਕੇ ਬੋਲਿਆ, ਤੂੰ ਚੁੱਪ ਕਰ, ਵੱਡੀ ਆ ਗਈ ਵਕੀਲਣੀ। ਬਚਨੋਂ ਬੋਲੀ, ਮੇਰਾ ਹਿੱਸਾ ਵੀ ਹੈ ਜ਼ਮੀਨ ਵਿੱਚ, ਵਕੀਲਣੀ ਤੇ ਵਕੀਲਣੀ ਸਹੀ। ਕਰਮ ਸਿੰਘ ਨੇ ਕਿਹਾ, ਉਹ ਚਲੋ ਛੱਡੋ, ਸ਼ਾਂਤ ਹੋਵੋ। ਅੱਛਾ ਜ਼ੈਲਿਆ, ਮਾਂ ਦੇ ਫੁੱਲ ਗੰਗਾ ਵਿੱਚ ਤਾਰਨ ਤੂੰ ਲੈ ਕੇ ਜਾਣੇ ਆ ਕਿ ਮੈਂ? ਜ਼ੈਲਾ ਗੁੰਮਸੁੰਮ ਹੋ ਗਿਆ। ਉਹਦੇ ਅੰਦਰ ਝੱਖੜ ਚੱਲ ਰਿਹਾ ਸੀ। 2 ਮਿੰਟ ਬਾਅਦ ਉਹ ਇੱਕਦਮ ਉੱਠ ਕੇ ਖਲੋ ਗਿਆ। ਉਹ ਬੜੇ ਰੋਹ ਵਿੱਚ ਬੋਲਿਆ, ਦੇਖੋ ਜੀ, ਤੁਹਾਡੇ ਤੋਂ ਕੋਈ ਗੱਲ ਛਿਪੀ ਨਹੀਂ। ਆਪਣੇ ਤੋਂ ਤਾਂ ਅਜੇ ਨਹੀਂ ਜੇ ਗੰਗਾ ਗੁੰਗਾ ਪੁੱਗਦੀਆਂ। ਜੇ ਬਹੁਤੀ ਗੱਲ ਆ ਤਾਂ ਮਾਂ ਦੇ ਫੁੱਲ ਤੁਸੀਂ ਗੰਗਾ ਪਾਓ। ਇਹ ਪਿਓ ਬੈਠਾ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ, ਇਹਦੇ ਮੈਂ ਇਕੱਲਾ ਹੀ ਗੰਗਾ ਪਾਉਂ। ਤਿੰਨੇ ਪਿਓ ਪੁੱਤ ਹੈਰਾਨ ਹੋਏ ਉਸ ਦੇ ਮੂੰਹ ਵੱਲ ਵੇਖ ਰਹੇ ਸਨ, ਪਰ ਉਹ ਰੁਕਿਆ ਨਹੀਂ। ਫਿਰ ਬੋਲਿਆ, ਉਹ ਸੱਚੀ ਗੱਲ ਅਜੇ ਮੇਰੀ ਪੁੱਜਤ ਨਹੀਂ। ਜੇ ਇਹ ਵੀ ਸੌਦਾ ਮਨਜ਼ੂਰ ਨਹੀਂ ਸਰਦਾਰ ਜੀ, ਇੰਜ ਕਰੋ, ਆਓ ਕਿੱਲੀ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ। ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾ ਆਊਂ। ਐਨੀ ਕਹਿ ਕੇ ਉਹ ਉਹਨਾਂ ਦੇ ਵੇਖਦਿਆਂ ਵੇਖਦਿਆਂ ਮੂੰਹ ਘੁੱਟ ਕੇ ਅੰਦਰ ਨੂੰ ਤੁਰ ਗਿਆ। ਉਹ ਅੰਦਰ ਜਾ ਕੇ ਭੁੱਬਾਂ ਮਾਰ ਕੇ ਰੋਇਆ, ਪਰੰਤੂ ਉਸ ਨੂੰ ਕੋਈ ਵੀ ਦਿਲਾਸਾ ਦੇਣ ਨਾ ਆਇਆ, ਕਿਉਂਕਿ ਸਭ ਨੂੰ ਤਾਂ ਆਪਣੇ ਆਪਣੇ ਹਿੱਸੇ ਨਾਲ ਮਤਲਬ ਸੀ। ਔਖੇ ਸ਼ਬਦਾਂ ਦੇ ਅਰਥ: ਮੇਲ ਜੋਲ, ਮੇਲ ਮਿਲਾਪ,